ਅੱਜ ਵਿਚਾਰ ਕਰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤਿਆ ਗਿਆ ਸ਼ਬਦ ਮੋਰੀ। ਇਸ ਉੱਤੇ ਕੁਝ ਸ਼ਬਦ ਬਹੁ ਅਰਥਕ ਹੁੰਦੇ ਹਨ ਜਿਹੜੇ ਇੱਕੋ ਹੀ ਤਰ੍ਹਾਂ ਨਾਲ ਲਿਖੇ ਜਾਂਦੇ ਹਨ, ਭਾਵ ਜਿਨ੍ਹਾਂ ਦੇ ਸ਼ਬਦ ਜੋੜ ਇੱਕੋ ਹੀ ਹੁੰਦੇ ਹਨ, ਜਿਨ੍ਹਾਂ ਦਾ ਉਚਾਰਨ ਵੀ ਇੱਕੋ ਹੀ ਹੁੰਦਾ ਹੈ, ਪਰ ਉਹਨਾਂ ਦੇ ਅਰਥ ਵੱਖ-ਵੱਖ ਹੁੰਦੇ ਹਨ। ਸ਼ਬਦ ਜੋੜ ਵੀ ਉਹੀ ਹੁੰਦੇ ਹਨ, ਉਚਾਰਨ ਵੀ ਇੱਕੋ ਜਿਹਾ ਹੁੰਦਾ ਹੈ। ਉਹਨਾਂ ਨੂੰ ਕਿਹਾ ਜਾਂਦਾ ਹੈ ਬਹੁ ਅਰਥਕ ਸ਼ਬਦ। ਉਦਾਹਰਨ ਦੇ ਤੌਰ ਤੇ ਘੜੀ ਸ਼ਬਦ ਹੈ, ਇਹ ਬਹੁ ਅਰਥਕ ਸ਼ਬਦ ਹੈ। ਸ਼ਬਦ ਜੋੜ ਵੀ ਇਹੋ ਰਹਿੰਦੇ ਹਨ, ਉਚਾਰਨ ਵੀ ਇਹ ਰਹਿੰਦਾ ਹੈ, ਪਰ ਅਰਥ ਵੱਖ-ਵੱਖ ਹੁੰਦੇ ਨੇ। ਘੜੀ ਹੱਥ ਨੂੰ ਲਾਉਣ ਵਾਲੀ ਵੀ ਹੈ, ਗੁੱਟ ਨੂੰ ਲਾਉਣ ਵਾਲੀ ਘੜੀ। ਘੜੀ ਪਾਣੀ ਪਾ ਕੇ ਰੱਖਣ ਵਾਲੀ ਵੀ ਹੁੰਦੀ ਹੈ, ਉਹਨੂੰ ਵੀ ਘੜੀ ਕਿਹਾ ਜਾਂਦਾ ਹੈ। ਘੜੀ ਕੋਈ ਕਲਮ ਘੜੀ, ਪੈਨਸਿਲ ਘੜੀ, ਉਸ ਨੂੰ ਵੀ ਘੜੀ ਕਿਹਾ ਜਾਂਦਾ ਹੈ। ਫਿਰ ਘੜੀ ਕੋ ਬੈਠ, ਉਹ ਵੀ ਘੜੀ ਹੈ। ਸੋ ਘੜੀ ਸ਼ਬਦ ਦੇ ਸ਼ਬਦ ਜੋੜ ਉਹੀ ਹਨ। ਘੜੀ ਸ਼ਬਦ ਦਾ ਉਚਾਰਨ ਵੀ ਇੱਕੋ ਜਿਹਾ ਹੀ ਹੈ, ਪਰ ਅਰਥ ਫਿਰ ਵੀ ਵੱਖ-ਵੱਖ ਹਨ। ਇਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਬਹੁ ਅਰਥਕ ਸ਼ਬਦ। ਜਿਸ ਤਰ੍ਹਾਂ ਖੱਟੀ ਸ਼ਬਦ ਹੈ, ਬਹੁ ਅਰਥਕ ਸ਼ਬਦ ਹੈ, ਲਿਖਿਆ ਵੀ ਇਸੇ ਤਰ੍ਹਾਂ ਜਾਂਦਾ ਹੈ, ਬੋਲਿਆ ਵੀ ਇਸੇ ਤਰ੍ਹਾਂ ਜਾਂਦਾ ਹੈ। ਖੱਟੀ, ਉਸਨੇ ਖੱਟੀ ਪੱਗ ਬੰਨੀ ਹੋਈ ਹੈ। ਲੱਸੀ ਖੱਟੀ ਹੋ ਗਈ ਹੈ, ਅਰਥ ਬਦਲ ਗਿਆ, ਉਚਾਰਨ ਉਹੀ ਹਨ, ਸ਼ਬਦ ਜੋੜ ਵੀ ਉਹੀ ਹਨ। ਉਸ ਨੂੰ ਦੁਕਾਨ ਵਿੱਚੋਂ ਚੰਗੀ ਖੱਟੀ ਹੋਈ, ਅਰਥ ਉਹੀ ਹੈ, ਅਰਥ ਬਦਲ ਗਿਆ, ਉਚਾਰਨ ਵੀ ਉਹੀ ਹੈ, ਸ਼ਬਦ ਜੋੜ ਵੀ ਉਹੀ ਹਨ। ਉਸਨੇ ਬਾਗ ਵਿੱਚੋਂ ਇੱਕ ਖੱਟੀ ਤੋੜੀ, ਉਚਾਰਨ ਉਹੀ ਹੈ, ਸ਼ਬਦ ਜੋੜ ਵੀ ਉਹੀ ਹਨ, ਅਰਥ ਬਦਲ ਗਿਆ। ਅਜਿਹੇ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਇਹ ਬਹੁ ਅਰਥਕ ਸ਼ਬਦ ਹਨ। ਇਹਨਾਂ ਦੇ ਬਹੁਤੇ ਅਰਥ ਹਨ, ਲਿਖਣ ਵਿੱਚ ਵੀ ਉਹੀ ਹਨ ਤੇ ਬੋਲਣ ਵਿੱਚ ਵੀ ਉਹੀ ਹਨ, ਪਰ ਅਰਥ ਵੱਖ-ਵੱਖ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਐਸੇ ਮਿਲਦੇ ਹਨ ਜਿਹੜੇ ਦੇਖਣ ਨੂੰ ਇੱਕੋ ਤਰ੍ਹਾਂ ਹੀ ਲਿਖੇ ਹੋਏ ਹਨ, ਵੱਖ-ਵੱਖ ਥਾਵਾਂ ਤੇ ਸ਼ਬਦ ਜੋੜ ਉਹਨਾਂ ਦੇ ਉਹੀ ਹਨ, ਦੇਖਣ ਨੂੰ ਲੱਗਦੇ ਹਨ, ਪਰ ਉਹਨਾਂ ਦਾ ਉਚਾਰਨ ਇੱਕੋ ਜਿਹਾ ਨਹੀਂ ਹੈ। ਜੇ ਉਚਾਰਨ ਇੱਕੋ ਜਿਹਾ ਨਹੀਂ ਹੈ ਤਾਂ ਉਹਨਾਂ ਦੇ ਜੋ ਅਰਥ ਹਨ ਉਹ ਵੀ ਇੱਕੋ ਜਿਹੇ ਨਹੀਂ ਹਨ। ਸ਼ਬਦ ਜੋੜ ਇੱਕੋ ਜਿਹੇ ਹਨ, ਲੱਗਦੇ ਹਨ, ਸ਼ਬਦ ਜੋੜ ਇੱਕੋ ਜਿਹੇ ਹਨ, ਪਰ ਉਹਨਾਂ ਦੇ ਬੋਲਣ ਵਿੱਚ ਅੰਤਰ ਹੈ, ਉਚਾਰਨ ਇੱਕੋ ਜਿਹਾ ਨਹੀਂ ਹੈ, ਤਾਂ ਇਹਨਾਂ ਸ਼ਬਦਾਂ ਦੇ ਅਰਥ ਵੱਖ-ਵੱਖ ਹੋਣਗੇ। ਇਹਨਾਂ ਸ਼ਬਦਾਂ ਨੂੰ ਇੱਕੋ ਤਰ੍ਹਾਂ ਪੜ੍ਹਿਆ ਨਹੀਂ ਜਾ ਸਕਦਾ। ਜਿਸ ਤਰ੍ਹਾਂ ਖੱਟੀ ਸ਼ਬਦ ਨੂੰ ਇੱਕੋ ਤਰ੍ਹਾਂ ਪੜ੍ਹਿਆ ਜਾਂਦਾ ਹੈ, ਪਰ ਇੱਥੇ ਇਹਨਾਂ ਨੂੰ ਇੱਕੋ ਤਰ੍ਹਾਂ ਨਹੀਂ ਪੜ੍ਹਿਆ ਜਾ ਸਕਦਾ, ਕਿਉਂਕਿ ਇਹਨਾਂ ਦੇ ਉਚਾਰਨ ਵੱਖ-ਵੱਖ ਹਨ। ਖੱਟੀ ਸ਼ਬਦ ਦੇ ਉਚਾਰਨ ਵੱਖ-ਵੱਖ ਨਹੀਂ, ਖੱਟੀ ਸ਼ਬਦ ਦੇ ਉਚਾਰਨ ਖੱਟੀ ਹਨ ਜਿੱਥੇ ਵੀ ਲਿਖਿਆ ਜਾਂਦਾ ਹੈ, ਪਰ ਇੱਥੇ ਉਚਾਰਨ ਵੱਖ-ਵੱਖ ਹਨ, ਇਸ ਕਰਕੇ ਅਰਥ ਵੱਖ-ਵੱਖ ਹਨ। ਸ਼ਬਦ ਲੈਂਦੇ ਹਾਂ ਮੋਰੀ। ਮੋਰੀ ਸ਼ਬਦ ਜੋ ਹੈ, ਆਓ ਦੇਖੀਏ ਇਹ ਕਿਹਨਾਂ ਅਰਥਾਂ ਵਿੱਚ ਵਰਤਿਆ ਗਿਆ ਹੈ ਤੇ ਕਿਵੇਂ ਇਸ ਦਾ ਉਚਾਰਨ ਕਰਨਾ ਹੈ। ਮੋਰੀ ਸ਼ਬਦ ਵਾਲੀਆਂ ਤਿੰਨ ਉਦਾਹਰਨਾਂ, ਤਿੰਨ ਪ੍ਰਮਾਣ ਹਨ। ਨਾਨਕ ਸ਼ਰਨੀ ਸਮਰੱਥ ਸੁਆਮੀ ਪੈਜ ਰਾਖੋ ਮੋਰੀ। ਸ਼ਬਦ ਹੈ ਮੋਰੀ, ਅੰਕ 547 ਹੈ, 13ਵੀਂ ਪੰਕਤੀ ਹੈ। ਦੂਜੀ ਉਦਾਹਰਨ ਹੈ ਮੋਰੀ ਅਹੰ ਜਾਇ ਦਰਸ਼ਨ ਪਾਵਤ ਹੈ। ਸ਼ਬਦ ਮੋਰੀ ਹੈ। ਇਸ ਤਰ੍ਹਾਂ ਇੱਕ ਹੋਰ ਪ੍ਰਮਾਣ ਹੈ ਕਹੋ ਨਾਨਕ ਮੋਰੀ ਪੂਰਨ ਆਸ਼ਾ। ਮੋਰੀ, ਇੱਥੇ ਵੀ ਸ਼ਬਦ ਮੋਰੀ ਹੈ। ਤੋ ਇਹਨਾਂ ਤਿੰਨਾਂ ਹੀ ਪ੍ਰਮਾਣਾਂ ਵਿੱਚ
ਮੋਰੀ ਸ਼ਬਦ ਜੋ ਹੈ ਇਹ ਵਿਆਕਰਨਕ ਤੌਰ ਤੇ ਇੱਕ ਪ੍ਰੋਨਾਉਨ ਹੈ, ਜਿਸ ਨੂੰ ਪੜਨਾਮ ਕਿਹਾ ਜਾਂਦਾ ਹੈ। ਇੱਕ ਨਾਮ ਹੁੰਦਾ ਹੈ, ਇੱਕ ਪੜਨਾਮ ਹੁੰਦਾ ਹੈ। ਨਾਮ ਨੂੰ ਨਾਉਨ ਤੇ ਪੜਨਾਮ ਨੂੰ ਪ੍ਰੋਨਾਉਨ ਕਿਹਾ ਜਾਂਦਾ ਹੈ। ਤੇ ਇੱਥੇ ਤਿੰਨਾਂ ਪ੍ਰਮਾਣਾਂ ਵਿੱਚ ਇਹ ਮੋਰੀ ਸ਼ਬਦ ਹੈ ਪ੍ਰੋਨਾਉਨ, ਪੜਨਾਮ ਹੈ। ਤਿੰਨਾਂ ਹੀ ਪ੍ਰਮਾਣਾਂ ਵਿੱਚ ਮੋਰੀ ਦਾ ਅਰਥ ਹੈ ਮੇਰੀ। ਮੇਰੀ ਸ਼ਬਦ ਜਿਹੜਾ ਹੈ ਇਹ ਪ੍ਰੋਨਾਉਨ ਹੈ। ਕਿਹੜੀ ਕਿਸਮ ਦਾ ਪ੍ਰੋਨਾਉਨ ਹੈ? ਫਸਟ ਪਰਸਨ ਪ੍ਰੋਨਾਉਨ ਹੈ। ਪ੍ਰੋਨਾਉਨ ਤਿੰਨ ਤਰ੍ਹਾਂ ਦੇ ਹੁੰਦੇ ਹਨ, ਪ੍ਰੋਨਾਉਂਸ ਆਫ ਫਸਟ ਪਰਸਨ, ਸੈਕੰਡ ਪਰਸਨ ਐਂਡ ਥਰਡ ਪਰਸਨ। ਇੱਥੇ ਫਸਟ ਪਰਸਨ ਦਾ ਭਾਵ ਉੱਤੋਂ ਪੁਰਖ ਦਾ ਇਹ ਪੜਨਾਮ ਹੈ। ਇਹਦਾ ਵਿਆਕਰਨਕ ਸਰੂਪ ਹੈ ਤੇ ਉਚਾਰਨ ਹੋਇਆ ਮੋਰੀ। ਦੂਜਾ ਸ਼ਬਦ ਜਿਹੜਾ ਹੈ ਇਹ ਆਓ ਦੇਖੀਏ। ਮੋਰੀ ਸ਼ਬਦ ਇੱਕ ਹੋਰ ਪੰਕਤੀ ਵਿੱਚ ਲਿਖਿਆ ਗਿਆ ਹੈ, ਉੱਥੇ ਇਸ ਨੂੰ ਕਿਵੇਂ ਪੜ੍ਹਨਾ ਹੈ ਤਾਂ ਅਰਥ ਕੀ ਬਣੇਗਾ। ਸਪੈਲਿੰਗ ਇਹੋ ਹੀ ਹਨ ਪਰ ਉਚਾਰਨ ਇਹੋ ਹੀ ਨਹੀਂ ਹੈ। ਪੰਕਤੀ ਹੈ 557 ਅੰਕ ਤੇ 13ਵੀਂ। ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ। ਇੱਥੇ ਰੁਣ ਚੁਣ ਲਾਇਆ ਜਿਹੜਾ ਹੈ ਉਹ ਤੋਂ ਪਹਿਲਾਂ ਸ਼ਬਦ ਲਿਖਿਆ ਹੈ ਮੋਰੀ, ਪਰ ਇੱਥੇ ਪਾਠ ਮੋਰੀ ਨਹੀਂ ਹੈ। ਜੋ ਉੱਪਰਲੇ ਤਿੰਨਾਂ ਪ੍ਰਮਾਣਾਂ ਵਿੱਚ ਮੋਰੀ ਪੜ੍ਹੇਗਾ ਉੱਥੇ ਇਹ ਸ਼ਬਦ ਪ੍ਰੋਨਾਉਨ ਸੀ। ਇੱਥੇ ਇਹ ਸ਼ਬਦ ਜੋ ਮੋਰੀ ਹੈ ਇਹ ਪ੍ਰੋਨਾਉਨ ਨਹੀਂ ਹੈ, ਪੜਨਾਮ ਨਹੀਂ ਹੈ। ਵਿਆਕਰਨਕ ਤੌਰ ਤੇ ਜੋ ਇਸ ਦਾ ਸਰੂਪ ਹੈ ਉਹ ਨੋਮੀਨੇਟਿਵ ਕੇਸ ਵਰਤਿਆ ਗਿਆ ਹੈ। ਇੱਥੇ ਸ਼ਬਦ ਮੋਰ ਹੈ, ਮੋਰ ਹੈ ਨਾਉਨ ਸ਼ਬਦ। ਇਸ ਸ਼ਬਦ ਨੂੰ, ਮੋਰ ਸ਼ਬਦ ਨੂੰ ਨੋਮੀਨੇਟਿਵ ਕੇਸ ਵਿੱਚ ਵਰਤਿਆ ਗਿਆ ਹੈ, ਭਾਵ ਕਰਤਾ ਕਾਰਕ ਵਿੱਚ ਵਰਤਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ 8 ਪ੍ਰਕਾਰ ਦੇ ਕਾਰਕ ਵਰਤੇ ਗਏ ਹਨ। ਕਾਰਕ ਨੂੰ ਕਿਹਾ ਜਾਂਦਾ ਹੈ ਖੇਸ, CASE, ਖੇਸ। ਸੋ 8 ਪ੍ਰਕਾਰ ਦੇ ਕਾਰਕ ਵਰਤੇ ਗਏ ਹਨ ਜਿਨ੍ਹਾਂ ਨੂੰ ਸਮਝਣਾ ਜ਼ਰੂਰੀ ਬਣਦਾ ਹੈ, ਜਿਨ੍ਹਾਂ ਦੇ ਚਿੰਨ੍ਹ ਸ਼ਬਦਾਂ ਨਾਲ ਲੱਗੇ ਹੋਏ ਮਿਲਦੇ ਹਨ। ਉਹਨਾਂ ਚਿੰਨ੍ਹਾਂ ਤੋਂ ਸ਼ਬਦਾਂ ਦੇ ਵੱਖ-ਵੱਖ ਅਰਥ ਹੁੰਦੇ ਹਨ। ਇੱਥੇ ਸ਼ਬਦ ਜੋ ਹੈ ਮੋਰੀ, ਇਸ ਨੂੰ ਪੜ੍ਹਿਆ ਜਾਏਗਾ ਮੋਰੀ। ਮੋਰੀ ਤੋਂ ਭਾਵ ਹੈ ਮੋਰਾਂ ਨੇ ਰੁਣ ਚੁਣ ਲਾਇਆ ਹੈ। ਮੋਰਾਂ ਨੇ ਰੁਣ ਚੁਣ ਲਾਇਆ, ਮੋਰੀ ਨੇ ਰੁਣ ਚੁਣ ਨਹੀਂ ਲਾਇਆ, ਮੋਰਾਂ ਨੇ ਲਾਇਆ। ਕਿਉਂਕਿ ਇੱਥੇ ਮੋਰੀ ਸ਼ਬਦ ਜਿਹੜਾ ਹੈ ਇਹ ਕਰਤਾ ਕਾਰਕ ਨੋਮੀਨੇਟਿਵ ਕੇਸ ਵਿੱਚ ਵਰਤਿਆ ਗਿਆ ਹੈ। ਇਸ ਕਰਕੇ ਇਹਦੇ ਅਰਥ ਉਹ ਨਹੀਂ ਹੋਣਗੇ ਜੋ ਪ੍ਰੋਨਾਉਨ ਸ਼ਬਦ ਦੇ ਸਨ। ਪ੍ਰੋਨਾਉਨ ਸ਼ਬਦ ਦੇ ਅਰਥ ਸਨ ਮੇਰੀ। ਇੱਥੇ ਹੁਣ ਇਹ ਸ਼ਬਦ ਪ੍ਰੋਨਾਉਨ ਨਹੀਂ ਹੈ, ਇਸ ਕਰਕੇ ਇਹਦਾ ਉਚਾਰਨ ਬਦਲ ਗਿਆ। ਇਹ ਕਰਤਾ ਕਾਰਕ ਬਣ ਗਿਆ, ਵਿਆਕਰਨਕ ਤੌਰ ਤੇ ਸਰੂਪ ਬਦਲ ਗਿਆ ਤੇ ਇਸ ਕਰਕੇ ਇਸ ਦਾ ਉਚਾਰਨ ਵੀ ਬਦਲ ਗਿਆ ਮੋਰੀ। ਉਦਾਹਰਨ ਦੇ ਤੌਰ ਤੇ ਇੱਕ ਸ਼ਬਦ ਹੋਵੇ ਗੁਰਸਿੱਖੀ, ਇਸ ਦਾ ਅਰਥ ਹੈ ਗੁਰੂ ਦੀ ਸਿੱਖੀ। ਇੱਕ ਸ਼ਬਦ ਹੈ ਗੁਰਸਿੱਖੀ, ਇਹਦਾ ਅਰਥ ਗੁਰੂ ਦੀ ਸਿੱਖੀ ਨਹੀਂ ਬਣੇਗਾ। ਗੁਰਸਿੱਖੀ ਇਹਦਾ ਅਰਥ ਬਣੇਗਾ ਗੁਰੂ ਦੇ ਸਿੱਖਾਂ ਨੇ ਗੁਰਸਿੱਖੀ ਸੋ ਥਾਂ ਨੂੰ ਭਾਲਿਆ। ਇੱਥੇ ਗੁਰਸਿੱਖੀ ਨਹੀਂ ਪੜਾਂਗੇ, ਗੁਰਸਿੱਖੀ, ਗੁਰਸਿੱਖੀ ਗੁਰੂ ਦੇ ਸਿੱਖਾਂ ਨੇ। ਇੱਥੇ ਕਰਤਾ ਕਾਰਕ ਵਿੱਚ ਵੀ ਕਰਤਾ ਕਾਰਕ ਵਿੱਚ ਸ਼ਬਦ ਵਰਤਿਆ ਜਾਏਗਾ ਸਿੱਖਾਂ ਨੇ, ਇੱਥੇ ਮੋਰਾਂ ਨੇ। ਇਸ ਕਰਕੇ ਇੱਥੇ ਸ਼ਬਦ ਜੋ ਹੈ ਇਹ ਮੋਰੀ ਪੜ੍ਹਿਆ ਜਾਏਗਾ। ਹੋਰ ਉਦਾਹਰਨ ਲੈਣੇ ਹਨ ਜਿੱਥੇ ਸ਼ਬਦ ਵਰਤਿਆ ਗਿਆ ਹੈ। ਅੰਕ 656 10ਵੀਂ ਪੰਕਤੀ ਹੈ। ਗੋਰੀ ਦਿਖਲਾਈ ਮੋਰੀ, ਜੇਤੋ ਮਿਰਗ ਪੜਤ ਹੈ ਚੋਰੀ। ਪਹਿਲੇ ਪ੍ਰਮਾਣਾਂ ਵਿੱਚ ਮੋਰੀ ਸ਼ਬਦ ਪ੍ਰੋਨਾਉਨ ਸੀ। ਇਸ ਪੰਕਤੀ ਵਿੱਚ ਸ਼ਬਦ ਮੋਰੀ ਵਰਤਿਆ ਗਿਆ ਹੈ, ਇੱਥੇ ਉਚਾਰਨ ਵੀ ਮੋਰੀ ਹੈ। ਦੂਜੇ ਪ੍ਰਮਾਣ ਵਿੱਚ ਉਚਾਰਨ ਮੋਰੀ ਸੀ,
पर इत्थे उच्चारण मोरी है। पर ये मोरी जो शब्द है ये प्रोनाउन नहीं है जिहड़ा कि पहले प्रमाणां विच वरतिया गया सी। इत्थे ये मोरी शब्द जो है ये नाउन शब्द है। इत्थे मोरी शब्द फैमिनन जेंडर है, सिंगुलर नंबर है। सिंगुलर नंबर है, नाउन है, फैमिनन जेंडर है मोरी। पहले प्रमाण मोरी शब्द सी वो प्रोनाउन शब्द सी जां प्रनाम शब्द सी। इत्थे क्योंकि इसका ग्रामैटिकल स्वरूप जिहड़ा है वो चेंज हो गया, बदल गया, इस करके इत्थे अर्थ हुण मोरी का मतलब मेरा नहीं बनेगा जिस तरह पहले प्रमाणा विच मोरी का अर्थ मेरी आपां कीता सी। इत्थे मोरी का अर्थ मेरी नहीं होएगा क्योंकि इत्थे शब्द फैमिनन जेंडर है, इत्थे शब्द नाउन है ते सिंगुलर नंबर है मोरी। इसका अर्थ है सुराख, गली, राह, विही। सो एक तरह की दराड़ मोरी। गुरी दिखलाई मोरी, गुरु ने सानू वो मोरी दिखा दी है। जित मिर्ग पढ़त है चोरी, जिथों दी मिर्ग चोरी करन लई जांदे हैं। सो इत्थे मोरी शब्द जो है इसका अर्थ प्रणाम करके नहीं, इसका अर्थ नाम करके फैमिनन जेंडर करके मोरी बनया है। गुरु ने सानू वो मोरी दिखा दी है, वो रस्ता दिखा दिता है जिथों दी मिर्ग चोरी कर लई अंदर जाते हैं। सो इन्हां तिन्हां प्रमाणां विच मोरी शब्द जो सी ये व्याकरणक तौर ते इहदा स्वरूप ਵੱਖ-ਵੱਖ सी। दूजे प्रमाण विच इहदा उच्चारण भी बदलिया, मोरी बनया। तो तिन्हां शब्दां विच ही अर्थ ਵੱਖ-ਵੱਖ ਹਨ। व्याकरणक स्वरूप तिन्हां दे ਵੱਖ-ਵੱਖ ਹਨ।